ਵੱਡੇ ਜਿਹੇ ਬੰਗਲੇ ਦੇ ਬਾਹਰ ਖੜੀ ਹੋਈ ਕਮਲਾ ਜੀ ਸਿਕਿਉਰਿਟੀ ਗਾਰਡ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੀ ਹਨ ਕਿ ਇੱਕ ਵਾਰ ਉਹਨਾਂ ਨੂੰ ਉਹਨਾਂ ਦੇ ਪੁੱਤ ਨੂੰ ਨਾਲ ਮਿਲ ਲੈਣ ਦਵੋ। ਬਹੁਤ ਜ਼ਰੂਰੀ ਗੱਲ ਹੈ। ਪਹਿਲਾਂ ਤਾਂ ਸਿਕਿਉਰਿਟੀ ਗਾਰਡ ਉਹਨਾਂ ਨੂੰ ਇਹ ਕਹਿ ਕੇ ਭਜਾ ਦਿੰਦਾ ਹੈ ਕਿ ਤੁਹਾਡੇ ਜੈਸੇ ਭੀਖ ਮੰਗੇ ਮੇਰੇ ਸਾਹਿਬ ਦੇ ਮਾਤਾ ਪਿਤਾ ਨਹੀਂ ਹੋ ਸਕਦੇ ਹਨ। ਤੁਸੀਂ ਜ਼ਰੂਰ ਝੂਠ ਬੋਲ ਰਹੀ ਹੋ। ਨਿਕਲ ਜਾਓ ਇਸ ਘਰ ਤੋਂ। ਪਰ ਜਦ ਕਮਲਾ ਜੀ ਸਿਕਿਉਰਿਟੀ ਗਾਰਡ ਨੂੰ ਬਹੁਤ ਸਾਰੀ ਮਿੰਨਤਾਂ ਕਰਦੀ ਹਨ ਅਤੇ ਕਹਿੰਦੀ ਹਨ, ਜਦ ਤੱਕ ਤੂੰ ਮੈਨੂੰ ਮੇਰੇ ਪੁੱਤ ਨੂੰ ਨਾਲ ਨਹੀਂ ਮਿਲਣ ਦੇਵੇਂਗਾ ਉਦੋਂ ਤੱਕ ਮੈਂ ਇਸ ਗੇਟ ਤੋਂ ਨਹੀਂ ਹਟੂੰਗੀ, ਇੱਧਰ ਹੀ ਬੈਠੀ ਰਹੂੰਗੀ। ਅੱਜ ਮੇਰੇ ਪਤੀ ਹਸਪਤਾਲ ਵਿੱਚ ਬਿਮਾਰ ਪਏ ਹਨ। ਉਹਨਾਂ ਦੇ ਇਲਾਜ ਦੇ ਲਈ ਪੈਸਿਆਂ ਦੀ ਜ਼ਰੂਰਤ ਹੈ। ਮੇਰੇ ਕੋਲ ਉਹਨਾਂ ਦੇ ਇਲਾਜ ਦੇ ਲਈ ਪੈਸੇ ਨਹੀਂ ਹਨ। ਮੇਰੇ ਪੁੱਤ ਦਾ ਇੰਨਾ ਬੜਾ ਬਿਜ਼ਨਸ ਹੈ, ਉਸਦੇ ਕੋਲ ਇੰਨੇ ਸਾਰੇ ਪੈਸੇ ਹਨ। ਕਿਆ ਉਹ ਆਪਣੇ ਪਿਤਾ ਦੀ ਬਿਮਾਰੀ ਵਿੱਚ ਥੋੜ੍ਹੇ ਜਿਹੇ ਪੈਸੇ ਖਰਚ ਨਹੀਂ ਕਰ ਸਕਦਾ ਹੈ? ਉਸਨੂੰ ਥੋੜ੍ਹੇ ਜਿਹੇ ਪੈਸਿਆਂ ਨਾਲ ਕੁਝ ਵੀ ਫਰਕ ਨਹੀਂ ਪਵੇਗਾ। ਆਖਿਰ ਵਿੱਚ ਸਿਕਿਉਰਿਟੀ ਨੂੰ ਕਮਲਾ ਜੀ ਪਰ ਤਰਸ ਆ ਗਿਆ ਅਤੇ ਉਹ ਅੰਦਰ ਜਾ ਕੇ ਇਹ ਖਬਰ ਦਿੰਦਾ ਹੈ ਕਿ ਇੱਕ ਕੋਈ ਬੁੱਢੀ ਅੰਮਾ ਤੁਹਾਡੇ ਨਾਲ ਮਿਲਣਾ ਚਾਹੁੰਦੀ ਹੈ। ਉਹ ਕਹਿ ਰਹੀ ਹੈ ਕਿ ਤੁਹਾਡੀ ਮਾਂ ਹੈ, ਪਰ ਉਹਨਾਂ ਦੀ ਸ਼ਕਲ ਤੋਂ ਅਤੇ ਪਹਿਰਾਵੇ ਤੋਂ ਨਹੀਂ ਲੱਗਦਾ ਹੈ ਕਿ ਉਹ ਤੁਹਾਡੀ ਮਾਂ ਹੈ। ਆਰਤੀ ਸਿਕਿਉਰਿਟੀ ਗਾਰਡ ਨੂੰ ਕਹਿੰਦੀ ਹੈ, ਤੂੰ ਜਾ, ਮੈਂ ਹੁਣੇ ਉਹਨਾਂ ਨਾਲ ਬਾਹਰ ਹੀ ਮਿਲਣ ਆ ਰਹੀ ਹਾਂ। ਉਹਨਾਂ ਨੂੰ ਅੰਦਰ ਲਿਆਉਣ ਦੀ ਜ਼ਰੂਰਤ ਨਹੀਂ ਹੈ। ਮੀਟਿੰਗ ਰੂਮ ਵਿੱਚ ਬੈਠੇ ਹੋਏ ਆਪਣੇ ਪਤੀ ਮਾਨਵ ਨੂੰ ਆਰਤੀ ਕਹਿੰਦੀ ਹੈ, ਤੇਰੀ ਮਾਂ ਫਿਰ ਤੋਂ ਮਿਲਣ ਆਈ ਹੈ। ਕਿੰਨੀ ਵਾਰ ਮਨ੍ਹਾ ਕੀਤਾ ਹੈ, ਫਿਰ ਵੀ ਬੇਸ਼ਰਮ ਦੀ ਤਰ੍ਹਾਂ ਇਸ ਘਰ ਵਿੱਚ ਚਲੀ ਆਉਂਦੀ ਹੈ। ਪਤਾ ਨਹੀਂ ਕਿਆ ਸਮਝਦੀ ਹੈ। ਪੈਸੇ ਤਾਂ ਇਵੇਂ ਮੰਗਣ ਆ ਜਾਂਦੀ ਹੈ ਜਿਵੇਂ ਕਿ ਉਹ ਇਸ ਘਰ ਵਿੱਚ ਪੈਸੇ ਰੱਖ ਗਈ ਹੋ। ਕੱਲ੍ਹ ਇੰਨਾ ਅਪਮਾਨ ਕਰਕੇ ਭਜਾਇਆ ਸੀ, ਫਿਰ ਵੀ ਆ ਗਈ। ਸ਼ਰਮ ਨਹੀਂ ਆਉਂਦੀ ਹੈ। ਚਲੋ ਅਸੀਂ ਦੋਵੇਂ ਜਾ ਕੇ ਚੰਗੇ ਨਾਲ ਝਿੜਕਾਂ ਲਗਾਉਂਦੇ ਹਾਂ ਕਿ ਦੁਬਾਰਾ ਤੋਂ ਸਾਡੇ ਘਰ ਪਰ ਨਾ ਆਏ ਅਤੇ ਸਾਨੂੰ ਪਰੇਸ਼ਾਨ ਨਾ ਕਰੇ। ਮਾਨਵ ਅਤੇ ਆਰਤੀ ਘਰ ਤੋਂ ਬਾਹਰ ਨਿਕਲ ਕੇ ਦਰਵਾਜ਼ੇ ਦੇ ਕੋਲ ਆਉਂਦੇ ਹਨ। ਆਪਣੇ ਪੁੱਤ ਨੂੰ ਆਉਂਦਾ ਹੋਇਆ ਦੇਖ ਕੇ ਕਮਲਾ ਜੀ ਆਸ਼ਾ ਭਰੀ ਨਿਗਾਹਾਂ ਨਾਲ ਆਪਣੇ ਨੂੰਹ ਪੁੱਤ ਦੀ ਤਰਫ ਦੇਖ ਰਹੀ ਹਨ ਕਿ ਨੂੰਹ ਪੁੱਤ ਉਹਨਾਂ ਨਾਲ ਮਿਲਣ ਆ ਰਹੇ ਹਨ ਤਾਂ ਜ਼ਰੂਰ ਉਹ ਮੇਰੀ ਮਦਦ ਕਰ ਦੇਣਗੇ। ਕਮਲਾ ਜੀ ਆਪਣੇ ਪੁੱਤ ਨੂੰ ਦੇ ਸਾਹਮਣੇ ਹੱਥ ਜੋੜ ਕੇ ਖੜੀ ਹੋਈ ਹੈ। ਪੁੱਤ ਤੂੰ ਆ ਗਿਆ, ਬਹੁਤ ਚੰਗਾ ਕੀਤਾ। ਤੇਰੇ ਪਿਤਾ ਜੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ। ਉਹ 4 ਦਿਨਾਂ ਤੋਂ ਹਸਪਤਾਲ ਵਿੱਚ ਭਰਤੀ ਹਨ। ਮੈਂ ਬਰਾਬਰ 4 ਦਿਨ ਤੋਂ ਘਰ ਪਰ ਆ ਰਹੀ ਹਾਂ, ਪਰ ਤੂੰ ਮਿਲਦਾ ਹੀ ਨਹੀਂ ਸੀ। ਸਿਰਫ ਨੂੰਹ ਮਿਲਦੀ ਸੀ ਅਤੇ ਉਹ ਮਨ੍ਹਾ ਕਰ ਦਿੰਦੀ ਸੀ। ਪੁੱਤ ਤੇਰੇ ਪਿਤਾ ਜੀ ਦੇ ਇਲਾਜ ਦੇ ਲਈ ਪੈਸਿਆਂ ਦੀ ਜ਼ਰੂਰਤ ਹੈ। ਮੈਨੂੰ ਕੁਝ ਪੈਸੇ ਦੇ ਦਿਓ। ਇਹ ਬੁੱਢੀ ਚੱਲ ਨਿਕਲ ਜਾ ਇੱਧਰ ਤੋਂ, ਕੋਈ ਪੈਸਾ ਵੈਸਾ ਨਹੀਂ ਮਿਲੇਗਾ ਤੈਨੂੰ। ਪਹਿਲਾਂ ਹੀ ਅਸੀਂ ਤੇਰੇ ਉੱਪਰ ਬਹੁਤ ਸਾਰਾ ਪੈਸਾ ਖਰਚ ਕਰ ਚੁੱਕੇ ਹਾਂ। ਹੁਣੇ 4 ਦਿਨ ਪਹਿਲਾਂ ਆਈ ਸੀ, ਉਦੋਂ ਵੀ ਤੂੰ ਪੈਸੇ ਮੰਗੇ ਸੀ। ਮੈਂ ਤੈਨੂੰ 2000 ਰੁਪਏ ਦਿੱਤੇ ਸੀ ਨਾ। ਹੁਣ ਇਸ ਤੋਂ ਜ਼ਿਆਦਾ ਰੁਪਏ ਤੈਨੂੰ ਨਹੀਂ ਮਿਲਣ ਵਾਲੇ ਹਨ। ਨਿਕਲ ਜਾਓ ਇਸ ਘਰ ਤੋਂ। ਨੂੰ ਜੋ ਤੂੰ 2000 ਰੁਪਏ ਦਿੱਤੇ ਸੀ ਉਸ ਨਾਲ ਤਾਂ ਤੇਰੇ ਸਹੁਰਾ ਜੀ ਦੀ 2 ਦਿਨ ਦੀ ਦਵਾਈਆਂ ਵੀ ਨਹੀਂ ਆਈ। ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਮੈਂ ਉਹਨਾਂ ਦੀ ਦਵਾਈਆਂ ਦਾ ਅਤੇ ਇਲਾਜ ਦਾ ਖਰਚਾ ਚੁੱਕ ਸਕਾਂ। ਪੁੱਤ ਤੂੰ ਤਾਂ ਆਪਣੇ ਪਿਤਾ ਦੇ ਬਾਰੇ ਵਿੱਚ ਕੁਝ ਸੋਚ। ਆਖਿਰਕਾਰ ਉਹ ਤੇਰੇ ਪਿਤਾ ਹਨ। ਮਾਂ ਮੇਰੇ ਨਾਲ ਇਹ ਫਾਲਤੂ ਦੀ ਗੱਲਾਂ ਨਾ ਕਰਿਆ ਕਰੋ ਅਤੇ ਮੈਨੂੰ ਇਮੋਸ਼ਨਲ ਬਲੈਕਮੇਲ ਕਰਨੇ ਦੀ ਕੋਸ਼ਿਸ਼ ਕਰ ਰਹੀ ਹੋ। ਮੈਨੂੰ ਸਭ ਸਮਝ ਵਿੱਚ ਆਉਂਦਾ ਹੈ। ਮੈਂ ਇੰਨੀ ਆਸਾਨੀ ਨਾਲ ਤੁਹਾਡੀ ਗੱਲਾਂ ਵਿੱਚ ਨਹੀਂ ਆਉਣੇ ਵਾਲਾ ਹਾਂ ਅਤੇ ਹੁਣ ਵਾਪਿਸ ਤੋਂ ਇਸ ਘਰ ਵਿੱਚ ਕਦੀ ਨਾ ਆਉਣਾ। ਆਪਣੇ ਪੁੱਤ ਨੂੰ ਦੀ ਗੱਲਾਂ ਸੁਣ ਕੇ ਕਮਲਾ ਜੀ ਨਿਰਾਸ਼ ਹੋ ਗਈ। ਮਾਨਵ ਆਪਣੀ ਪਤਨੀ ਆਰਤੀ ਨੂੰ ਕਹਿੰਦਾ ਹੈ, ਮੈਂ ਮੀਟਿੰਗ ਦੇ ਲਈ ਨਿਕਲ ਰਿਹਾ ਹਾਂ।
ਸ਼ਾਮ ਤੱਕ ਵਾਪਿਸ ਆਊਂਗਾ। ਆਪਣੇ ਪੁੱਤ ਨੂੰ ਕਾਰ ਤੋਂ ਕਿਤੇ ਜਾਂਦੇ ਹੋਏ ਦੇਖਿਆ ਤਾਂ ਕਮਲਾ ਜੀ ਨੇ ਕਿਹਾ, ਪੁੱਤ ਤੂੰ ਦਫ਼ਤਰ ਜਾ ਰਿਹਾ ਹੈ। ਦਫ਼ਤਰ ਦੇ ਰਸਤੇ ਵਿੱਚ ਹੀ ਸਰਕਾਰੀ ਹਸਪਤਾਲ ਪੈਂਦਾ ਹੈ। ਕਿਆ ਮੈਨੂੰ ਆਪਣੀ ਕਾਰ ਤੋਂ ਹਸਪਤਾਲ ਛੱਡ ਦੋਗੇ? ਇੰਨਾ ਤਾਂ ਆਪਣੀ ਮਾਂ ਦੇ ਲਈ ਕਰ ਹੀ ਸਕਦੇ ਹੋ। ਆਰਤੀ ਭੜਕਦੇ ਹੋਏ ਆਪਣੀ ਸੱਸ ਨੂੰ ਕਹਿੰਦੀ ਹੈ, ਬੁੱਢੀ ਤੇਰੀ ਔਕਾਤ ਨਹੀਂ ਹੈ ਕਾਰ ਵਿੱਚ ਬੈਠਣੇ ਦੀ। ਚੁੱਪਚਾਪ ਤੋਂ ਪੈਦਲ ਨਿਕਲ ਜਾ। ਮੇਰੀ ਕਾਰ ਨੂੰ ਛੂਹਣ ਦੀ ਹਿੰਮਤ ਵੀ ਨਾ ਕਰਨਾ। ਤੈਨੂੰ ਆਪਣੀ ਕਾਰ ਵਿੱਚ ਬਿਠਾ ਕੇ ਮੈਨੂੰ ਕਾਰ ਨੂੰ ਗੰਦਾ ਨਹੀਂ ਕਰਨਾ ਹੈ। ਪਤਾ ਨਹੀਂ ਕਿੱਥੇ ਕਿੱਥੇ ਤੋਂ ਚਲੇ ਆਉਂਦੇ ਹਨ ਕਾਰ ਵਿੱਚ ਬੈਠਣੇ ਦੇ ਲਈ। ਔਕਾਤ ਦੇਖੀ ਹੈ ਆਪਣੀ। ਆਟੋ ਵਿੱਚ ਬੈਠਣੇ ਦੀ ਔਕਾਤ ਨਹੀਂ ਹੈ ਅਤੇ ਕਾਰ ਵਿੱਚ ਬੈਠਣੇ ਦੀ ਗੱਲ ਕਰ ਰਹੀ ਹੋ। ਚੱਲ ਨਿਕਲ ਜਾ ਇੱਥੇ ਤੋਂ। ਮਾਨਵ ਆਪਣੀ ਕਾਰ ਨੂੰ ਲੈ ਕੇ ਨਿਕਲ ਗਿਆ। ਵਿਚਾਰੀ ਕਮਲਾ ਜੀ ਗੇਟ ਦੇ ਕੋਲ ਬੈਠੀ ਬੈਠੀ ਆਪਣੇ ਪੁੱਤ ਦੀ ਕਾਰ ਨੂੰ ਜਾਂਦਾ ਹੋਇਆ ਦੇਖਦੀ ਰਹੀ ਅਤੇ ਆਪਣੀ ਕਿਸਮਤ ਨੂੰ ਕੋਸਦੀ ਰਹੀ ਕਿ ਮੈਂ ਕੈਸੇ ਪੁੱਤ ਨੂੰ ਜਨਮ ਦਿੱਤਾ ਹੈ ਜੋ ਆਪਣੇ ਮਾਂ-ਬਾਪ ਦਾ ਹੀ ਨਾ ਹੋਇਆ। ਕਿਆ ਕੁਝ ਨਹੀਂ ਕੀਤਾ ਸੀ ਅਸੀਂ ਆਪਣੇ ਪੁੱਤ ਦੇ ਲਈ। ਸਭ ਕੁਝ ਤਾਂ ਆਪਣਾ ਦਾਅ ਪਰ ਲਗਾ ਦਿੱਤਾ ਸੀ। ਜੇਕਰ ਅੱਜ ਅਸੀਂ ਆਪਣਾ ਸਭ ਕੁਝ ਦਾਅ ਪਰ ਨਹੀਂ ਲਗਾਇਆ ਹੁੰਦਾ ਤਾਂ ਸ਼ਾਇਦ ਅੱਜ ਤਸਵੀਰ ਕੁਝ ਹੋਰ ਹੀ ਹੁੰਦੀ। ਆਪਣੇ ਪੁੱਤ ਨੂੰ ਪੜ੍ਹਾਉਣੇ ਦੇ ਲਈ ਘਰ ਜ਼ਮੀਨ ਜਾਇਦਾਦ ਸਭ ਕੁਝ ਵੇਚ ਦਿੱਤਾ। ਸਭ ਵੇਚ ਕੇ ਇੰਨਾ ਬੜਾ ਬਿਜ਼ਨਸ ਕਰਵਾਇਆ। ਪਰ ਅੱਜ ਪੁੱਤ ਨੇ ਸਾਡੇ ਨਾਲ ਕਿਆ ਕੀਤਾ, ਇੰਨਾ ਤਾਂ ਪਰਾਏ ਵੀ ਨਹੀਂ ਕਰਦੇ ਹਨ ਕਿਸੇ ਦੇ ਨਾਲ ਜਿੰਨਾ ਪਰਾਇਆ ਸਾਡੇ ਪੁੱਤ ਨੇ ਸਾਨੂੰ ਕਰ ਦਿੱਤਾ ਹੈ। ਉਸ ਨੂੰ ਆਪਣੀ ਮਾਂ ਦੀ ਤਕਲੀਫ ਦਿਖਾਈ ਨਹੀਂ ਦਿੰਦੀ ਹੈ। ਉਹਨਾਂ ਦੀ ਅੱਖਾਂ ਤੋਂ ਝਰ-ਝਰ ਹੰਝੂ ਬਹੇ ਜਾ ਰਹੇ ਸੀ। ਕੋਲ ਖੜੇ ਹੋਏ ਸਿਕਿਉਰਿਟੀ ਵਾਲੇ ਨੂੰ ਇੰਨਾ ਤਾਂ ਕਨਫਰਮ ਹੋ ਜਾਂਦਾ ਹੈ ਕਿ ਇਹ ਮਾਤਾ ਜੀ ਮਾਨਵ ਸਾਹਿਬ ਦੀ ਮਾਂ ਹੈ। ਮਾਨਵ ਦੇ ਨਿਕਲ ਜਾਣੇ ਦੇ ਬਾਅਦ ਅਤੇ ਆਰਤੀ ਦੇ ਘਰ ਦੇ ਅੰਦਰ ਜਾਣੇ ਦੇ ਬਾਅਦ ਸਿਕਿਉਰਿਟੀ ਗਾਰਡ ਕਮਲਾ ਜੀ ਨੂੰ ਚੁੱਕ ਕੇ ਕੁਰਸੀ ਪਰ ਬਿਠਾਉਂਦਾ ਹੈ ਅਤੇ ਕਹਿੰਦਾ ਹੈ, ਮਾਂ ਜੀ ਤੁਸੀਂ ਰੋਵੋ ਨਾ, ਤੁਹਾਨੂੰ ਕਿੰਨੇ ਪੈਸੇ ਦੀ ਜ਼ਰੂਰਤ ਹੈ? ਕਮਲਾ ਜੀ ਕਹਿੰਦੀ ਹਨ, ਬੇਟਾ ਹੁਣੇ ਤਾਂ ਫਿਲਹਾਲ 2000 ਰੁਪਏ ਹੀ ਮਿਲ ਜਾਣ, ਉਸੀ ਨਾਲ ਹੀ ਕੰਮ ਚੱਲ ਜਾਵੇਗਾ। ਸਿਕਿਉਰਿਟੀ ਗਾਰਡ ਆਪਣੀ ਜੇਬ ਵਿੱਚ ਹੱਥ ਪਾ ਕੇ ਦੇਖਦਾ ਹੈ ਤਾਂ 1500 ਹੀ ਨਿਕਲਦੇ ਹਨ। ਉਹ ਕਹਿੰਦਾ ਹੈ, ਮਾਂ ਜੀ ਮੇਰੇ ਕੋਲ 1500 ਰੁਪਏ ਹਨ, ਤੁਸੀਂ ਇਹਨਾਂ ਨੂੰ ਆਪਣੇ ਕੋਲ ਰੱਖ ਲਓ। ਚਲੋ ਤੁਹਾਨੂੰ ਕਿੱਥੇ ਜਾਣਾ ਹੈ? ਮੈਂ ਆਪਣੀ ਸਾਈਕਲ ਨਾਲ ਤੁਹਾਨੂੰ ਛੱਡ ਦਿੰਦਾ ਹਾਂ। ਨਹੀਂ ਬੇਟਾ, ਮੈਨੂੰ ਸਾਈਕਲ ਪਰ ਬੈਠਣਾ ਨਹੀਂ ਆਉਂਦਾ ਹੈ, ਮੈਂ ਆਟੋ ਕਰਕੇ ਚਲੀ ਜਾਊਂਗੀ। ਨਾਲ ਹੀ ਨਾਲ ਕਮਲਾ ਜੀ ਸਿਕਿਉਰਿਟੀ ਗਾਰਡ ਵਾਲੇ ਨੂੰ ਢੇਰ ਸਾਰਾ ਆਸ਼ੀਰਵਾਦ ਦਿੰਦੀ ਹਨ। ਬੇਟਾ, ਜਿੱਥੇ ਮੇਰੇ ਪੁੱਤ ਨੂੰ ਨੇ ਮੇਰੀ ਮਦਦ ਕਰਨੇ ਤੋਂ ਇਨਕਾਰ ਕਰ ਦਿੱਤਾ, ਉੱਥੇ ਤੂੰ ਇੰਨਾ ਬੜਾ ਦਿਲ ਦਿਖਾ ਕੇ ਮੇਰੀ ਮਦਦ ਕੀਤੀ। ਤੇਰਾ ਇਹ ਅਹਿਸਾਨ ਮੈਂ ਕਦੀ ਨਹੀਂ ਭੁੱਲੂੰਗੀ। ਅਰੇ ਮਾਂ ਜੀ, ਮੈਂ ਕਿਆ ਮਦਦ ਕੀਤੀ ਹੈ? ਇੰਨੇ ਨਾਲ ਤਾਂ ਤੁਹਾਡਾ ਇੱਕ ਦਿਨ ਦਾ ਵੀ ਦਵਾਈਆਂ ਦਾ ਖਰਚਾ ਨਹੀਂ ਨਿਕਲੇਗਾ। ਉਹਨਾਂ ਪੈਸਿਆਂ ਨੂੰ ਆਪਣੇ ਸਾੜੀ ਦੇ ਪੱਲੂ ਵਿੱਚ ਬੰਨ੍ਹ ਕੇ ਕਮਲਾ ਜੀ ਹਸਪਤਾਲ ਦੇ ਲਈ ਨਿਕਲ ਪਈ। ਹਸਪਤਾਲ ਦੇ ਬੈੱਡ ਪਰ ਲੇਟੇ ਹੋਏ ਨੰਦ ਕਿਸ਼ੋਰ ਜੀ ਆਪਣੀ ਪਤਨੀ ਦੇ ਆਉਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਪੁੱਤ ਨੂੰ ਤੋਂ ਮਦਦ ਮੰਗਣ ਗਈ ਹੈ। ਸ਼ਾਇਦ ਪੁੱਤ ਨੂੰ ਕੁਝ ਮਦਦ ਕਰ ਦੇਣ ਤਾਂ ਮੇਰੀ ਪਤਨੀ ਦੀ ਕੁਝ ਤਾਂ ਪਰੇਸ਼ਾਨੀਆਂ ਘੱਟ ਹੋ ਜਾਣ। ਇੱਕ ਤਾਂ ਮੈਂ ਹੀ ਬਿਮਾਰ ਲੇਟਿਆ ਹਾਂ, ਉੱਪਰ ਤੋਂ ਪੈਸਿਆਂ ਦੀ ਤੰਗੀ ਹੈ। ਬੇਚਾਰੀ ਕਿੰਨੀ ਭੱਜ ਦੌੜ ਕਰ ਰਹੀ ਹੈ। ਪਰ ਕਮਲਾ ਜੀ ਦੇ ਮੁਰਝਾਏ ਹੋਏ ਚਿਹਰੇ ਨੂੰ ਦੇਖ ਕੇ ਉਹ ਸਮਝ ਜਾਂਦੇ ਹਨ ਕਿ ਉਹਨਾਂ ਦੇ ਨਲਾਇਕ ਪੁੱਤ ਨੇ ਆਪਣੀ ਮਾਂ ਦੀ ਮਦਦ ਨਹੀਂ ਕੀਤੀ। ਉਹਨਾਂ ਦਾ ਨਲਾਇਕ ਪੁੱਤ ਪੈਸਿਆਂ ਦੀ ਲਾਲਚ ਵਿੱਚ ਇੰਨਾ ਗੁਆਚ ਗਿਆ ਹੈ ਕਿ ਉਸ ਨੂੰ ਆਪਣੇ ਬੁੱਢੇ ਮਾਂ-ਬਾਪ ਦੀ ਤਕਲੀਫ ਨਜ਼ਰ ਹੀ ਨਹੀਂ ਆਉਂਦੀ ਹੈ। ਕਮਲਾ ਜੀ ਆਪਣੇ ਪਤੀ ਦੇ ਕੋਲ ਆ ਕੇ ਫੁੱਟ-ਫੁੱਟ ਕੇ ਰੋਣ ਲੱਗਦੀ ਹਨ ਕਿ ਅੱਜ ਸਾਡੇ ਪੁੱਤ ਨੇ ਸਾਨੂੰ ਧੋਖਾ ਦੇ ਦਿੱਤਾ।
ਸਾਡਾ ਪੁੱਤ ਸਾਡਾ ਨਾ ਰਿਹਾ। ਉਸਨੇ ਸਾਨੂੰ ਮੁਸੀਬਤ ਦੇ ਸਮੇਂ ਇਕੱਲਾ ਛੱਡ ਦਿੱਤਾ। ਅਸੀਂ ਤਾਂ ਆਪਣੇ ਪੁੱਤ ਨੂੰ ਇੰਨੀ ਉਚਾਈ ਤੱਕ ਪਹੁੰਚਾਣੇ ਦੇ ਲਈ ਕੰਗਾਲ ਹੋ ਗਏ, ਪਰ ਪੁੱਤ ਉਚਾਈ ਪਰ ਪਹੁੰਚਣੇ ਦੇ ਬਾਅਦ ਆਪਣੇ ਮਾਂ-ਬਾਪ ਨੂੰ ਦੇਖਣਾ ਹੀ ਨਹੀਂ ਚਾਹੁੰਦਾ। ਜਿਸ ਮਾਂ-ਬਾਪ ਨੇ ਉਸ ਨੂੰ ਇੰਨੀ ਉਚਾਈ ਪਰ ਪਹੁੰਚਾਇਆ ਹੈ, ਹੁਣ ਉਹੀ ਉਸ ਨੂੰ ਭੀਖ ਮੰਗੇ ਲੱਗਦੇ ਹਨ, ਲੋ ਸਟੈਂਡਰਡ ਲੱਗਦੇ ਹਨ। ਹਸਪਤਾਲ ਵਿੱਚ ਕੋਲ ਦੇ ਹੀ ਬੈੱਡ ਪਰ ਲੇਟਿਆ ਹੋਇਆ ਇੱਕ ਵਿਅਕਤੀ, ਜੋ ਕਿ ਇਸ ਸ਼ਹਿਰ ਦਾ ਇੱਕ ਬਹੁਤ ਬੜਾ ਬਿਜ਼ਨਸਮੈਨ ਹੈ, ਉਹ ਅੰਮਾ ਜੀ ਅਤੇ ਨੰਦ ਕਿਸ਼ੋਰ ਜੀ ਦੀ ਸਾਰੀ ਗੱਲਾਂ ਸੁਣ ਲੈਂਦਾ ਹੈ। ਆਪਣੇ ਬੈੱਡ ਤੋਂ ਉੱਠ ਕੇ ਨੰਦ ਕਿਸ਼ੋਰ ਜੀ ਦੇ ਕੋਲ ਆਉਂਦਾ ਹੈ ਤਾਂ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਇਹ ਤਾਂ ਉਸਦੇ ਪੂਜਨੀਏ ਗੁਰੂ ਜੀ ਹਨ। ਅਤੇ ਗੁਰੂ ਜੀ, ਤੁਸੀਂ ਇੱਧਰ ਕਿਵੇਂ ਅਤੇ ਤੁਹਾਡੀ ਇਹ ਹਾਲਤ ਕਿਵੇਂ ਹੋ ਗਈ? ਬੇਟਾ, ਮੈਂ ਤੈਨੂੰ ਪਛਾਣਿਆ ਨਹੀਂ। ਕੌਣ ਹੈ ਬੇਟਾ ਤੂੰ? ਗੁਰੂ ਜੀ, ਮੈਂ ਪੰਕਜ, ਜੋ ਤੁਹਾਡੇ ਕੋਲ ਟਿਊਸ਼ਨ ਪੜ੍ਹਨ ਆਇਆ ਕਰਦਾ ਸੀ। ਆਪਣੀ ਯਾਦਾਸ਼ਤ ਪਰ ਜ਼ੋਰ ਪਾਉਂਦੇ ਹੋਏ ਨੰਦ ਕਿਸ਼ੋਰ ਜੀ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਫਿਰ ਅਚਾਨਕ ਨਾਲ ਕਹਿੰਦੇ ਹਨ, ਹਾਂ ਯਾਦ ਆਇਆ। ਉਹ ਗੁਪਤਾ ਜੀ ਦੇ ਬੇਟੇ ਜਿਨ੍ਹਾਂ ਦਾ ਇਸ ਸ਼ਹਿਰ ਵਿੱਚ ਕੱਪੜਿਆਂ ਦਾ ਬਹੁਤ ਬੜਾ ਬਿਜ਼ਨਸ ਹੈ। ਤੂੰ ਉਹਨਾਂ ਦਾ ਪੁੱਤ ਪੰਕਜ ਹੈ। ਹਾਂ ਗੁਰੂ ਜੀ, ਮੈਂ ਉਹੀ ਪੰਕਜ ਹਾਂ। ਪਰ ਗੁਰੂ ਜੀ, ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਤੁਹਾਡੀ ਐਸੀ ਹਾਲਤ ਕਿਵੇਂ ਹੋ ਗਈ। ਮੈਂ ਤੁਹਾਡੀ ਸਾਰੀ ਗੱਲਾਂ ਸੁਣ ਲਈ ਹਨ। ਹੁਣ ਤੁਸੀਂ ਚਿੰਤਾ ਨਾ ਕਰੋ। ਤੁਹਾਡੇ ਇਲਾਜ ਵਿੱਚ ਜਿੰਨਾ ਵੀ ਪੈਸਾ ਲੱਗੇਗਾ, ਸਾਰਾ ਪੈਸਾ ਮੈਂ ਖਰਚ ਕਰੂੰਗਾ ਅਤੇ ਤੁਹਾਨੂੰ ਪੂਰੀ ਤਰ੍ਹਾਂ ਨਾਲ ਠੀਕ ਕਰਾ ਕੇ ਘਰ ਵੀ ਲੈ ਜਾਊਂਗਾ। ਪੰਕਜ ਨੰਦ ਕਿਸ਼ੋਰ ਜੀ ਦੇ ਇਲਾਜ ਦਾ ਸਾਰਾ ਖਰਚ ਚੁੱਕਦਾ ਹੈ। ਉਹਨਾਂ ਦੇ ਖਾਣੇ ਦੇ ਲਈ ਫਲ ਫਰੂਟ ਸਾਰਾ ਪ੍ਰਬੰਧ ਕਰਦਾ ਹੈ। ਅੰਮਾ ਜੀ ਨੂੰ ਕਹਿੰਦਾ ਹੈ, ਅੰਮਾ ਜੀ, ਤੁਸੀਂ ਮੇਰੇ ਘਰ ਪਰ ਰਹੋ। ਇੱਧਰ ਮੈਂ ਆਪਣੇ ਗੁਰੂ ਜੀ ਨੂੰ ਸੰਭਾਲ ਲੂੰਗਾ। ਮੈਂ ਦੇਖ ਰਿਹਾ ਹਾਂ ਕਿ ਕਿੰਨੇ ਦਿਨਾਂ ਤੋਂ ਤੁਸੀਂ ਭੱਜ ਦੌੜ ਕਰ ਰਹੀ ਹੋ। ਕਿਤੇ ਥੱਕ ਕੇ ਤੁਸੀਂ ਵੀ ਬਿਮਾਰ ਨਾ ਪੈ ਜਾਣਾ। ਘਰ ਪਰ ਮੇਰੀ ਪਤਨੀ ਹੈ, ਬੱਚੇ ਹਨ, ਮੇਰੇ ਮਾਤਾ ਪਿਤਾ ਵੀ ਹਨ। ਤੁਸੀਂ ਉੱਧਰ ਰਹੋ। 2 ਦਿਨ ਵਿੱਚ ਮੈਂ ਆਪਣੇ ਗੁਰੂ ਜੀ ਨੂੰ ਲੈ ਕੇ ਘਰ ਹੀ ਆ ਜਾਊਂਗਾ। ਨੰਦ ਕਿਸ਼ੋਰ ਜੀ ਵੀ ਕਹਿੰਦੇ ਹਨ, ਹਾਂ ਹੁਣ ਮੈਂ ਠੀਕ ਹਾਂ ਅਤੇ ਜਲਦੀ ਹੀ ਤੇਰੇ ਕੋਲ ਆ ਜਾਊਂਗਾ। ਤੂੰ ਮੇਰੀ ਚਿੰਤਾ ਨਾ ਕਰਨਾ। 2 ਦਿਨ ਬਾਅਦ ਨੰਦ ਕਿਸ਼ੋਰ ਜੀ ਬਿਲਕੁਲ ਚੰਗੀ ਤਰ੍ਹਾਂ ਨਾਲ ਠੀਕ ਹੋ ਕੇ ਪੰਕਜ ਦੇ ਘਰ ਆ ਗਏ। ਪੰਕਜ ਦੇ ਘਰ ਵਿੱਚ ਉਸਦੇ ਪਿਤਾ ਜੀ ਨੰਦ ਕਿਸ਼ੋਰ ਜੀ ਨਾਲ ਮਿਲ ਕੇ ਬਹੁਤ ਖੁਸ਼ ਹੋਏ। ਅਰੇ ਨੰਦ ਕਿਸ਼ੋਰ ਜੀ, ਜਦ ਤੋਂ ਤੁਸੀਂ ਪੜ੍ਹਾਉਣਾ ਬੰਦ ਕੀਤਾ ਹੈ, ਉਦੋਂ ਤੋਂ ਤਾਂ ਤੁਹਾਡੇ ਨਾਲ ਮਿਲਣਾ ਜੁਲਣਾ ਹੀ ਨਹੀਂ ਹੋ ਪਾਇਆ ਹੈ ਅਤੇ ਮੈਂ ਇੱਧਰ ਆਪਣੇ ਬਿਜ਼ਨਸ ਵਿੱਚ ਇੰਨਾ ਜ਼ਿਆਦਾ ਵਿਅਸਤ ਹੋ ਗਿਆ, ਸਮੇਂ ਹੀ ਨਹੀਂ ਮਿਲਿਆ ਕਦੀ ਤੁਹਾਡੇ ਨਾਲ ਮਿਲਣੇ ਦਾ। ਅੱਜ ਕਿੰਨੇ ਸਾਲਾਂ ਬਾਅਦ ਤੁਸੀਂ ਮੇਰੇ ਨਾਲ ਮਿਲੇ ਹੋ, ਪਰ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਨਾਲ ਮਿਲੋਗੇ। ਅਰੇ ਪੰਕਜ ਤਾਂ ਤੁਹਾਨੂੰ ਕਿੰਨਾ ਯਾਦ ਕਰਦਾ ਹੈ। ਕਹਿੰਦਾ ਹੈ, ਅੱਜ ਗੁਰੂ ਜੀ ਦੇ ਦੱਸੇ ਹੋਏ ਨਕਸ਼ੇ ਕਦਮ ਪਰ ਹੀ ਮੈਂ ਚੱਲ ਰਿਹਾ ਹਾਂ। ਪੰਕਜ ਦਾ ਪਹਿਲਾਂ ਪੜ੍ਹਨੇ ਵਿੱਚ ਬਿਲਕੁਲ ਮਨ ਨਹੀਂ ਲੱਗਦਾ ਸੀ, ਪਰ ਜਦ ਤੋਂ ਤੁਸੀਂ ਉਸਨੂੰ ਟਿਊਸ਼ਨ ਪੜ੍ਹਾਉਣਾ ਸ਼ੁਰੂ ਕੀਤਾ, ਉਦੋਂ ਤੋਂ ਉਸਦੀ ਪੜ੍ਹਾਈ ਵਿੱਚ ਰੁਚੀ ਹੋਣ ਲੱਗੀ ਸੀ ਅਤੇ ਤੁਹਾਨੂੰ ਤਾਂ ਉਹ ਹੁਣੇ ਵੀ ਬਹੁਤ ਯਾਦ ਕਰਦਾ ਹੈ। ਤੁਹਾਡੇ ਪੜ੍ਹਾਉਣੇ ਦਾ ਤਰੀਕਾ ਹੀ ਕੁਝ ਇਹੋ ਜਿਹਾ ਹੈ ਕਿ ਬੱਚੇ ਇੰਨੀ ਆਸਾਨੀ ਨਾਲ ਸਮਝ ਜਾਂਦੇ ਹਨ। ਕੁਝ ਸਮੇਂ ਤੱਕ ਤਾਂ ਨੰਦ ਕਿਸ਼ੋਰ ਜੀ ਅਤੇ ਕਮਲਾ ਜੀ ਪੰਕਜ ਦੇ ਘਰ ਪਰ ਹੀ ਰਹਿੰਦੇ ਹਨ। ਪੰਕਜ ਦਾ ਘਰ ਬਹੁਤ ਵੱਡਾ ਹੈ। ਘਰ ਕਿਆ, ਉਹ ਤਾਂ ਇੱਕ ਬੰਗਲਾ ਹੈ। ਉਸ ਵਿੱਚ ਤਾਂ ਕਿੰਨੇ ਵੀ ਲੋਕ ਰਹਿ ਸਕਦੇ ਹਨ ਅਤੇ ਉਸੀ ਵਿੱਚ ਪੰਕਜ ਨੇ ਇੱਕ ਕਮਰਾ ਨੰਦ ਕਿਸ਼ੋਰ ਜੀ ਅਤੇ ਕਮਲਾ ਜੀ ਨੂੰ ਦੇ ਦਿੱਤਾ ਹੈ। 10 ਦਿਨ ਬਾਅਦ ਨੰਦ ਕਿਸ਼ੋਰ ਜੀ ਕਹਿੰਦੇ ਹਨ, ਬੇਟਾ ਹੁਣ ਅਸੀਂ ਚੱਲਦੇ ਹਾਂ। ਬਹੁਤ ਦਿਨ ਰੱਖ ਲਿਆ ਤੂੰ। ਸਾਡੀ ਬਹੁਤ ਮਦਦ ਕੀਤੀ, ਉਸਦੇ ਲਈ ਬਹੁਤ ਬਹੁਤ ਧੰਨਵਾਦ। ਇੰਨੇ ਦਿਨਾਂ ਵਿੱਚ ਪੰਕਜ ਨੂੰ ਇਹ ਤਾਂ ਪਤਾ ਚੱਲ ਗਿਆ ਸੀ ਕਿ ਗੁਰੂ ਜੀ ਨੇ ਆਪਣਾ ਸਭ ਕੁਝ
ਆਪਣੇ ਬੇਟੇ ਪਰ ਖਰਚ ਕਰ ਦਿੱਤਾ ਹੈ। ਹੁਣ ਉਹਨਾਂ ਦੇ ਕੋਲ ਕੁਝ ਵੀ ਨਹੀਂ ਬਚਿਆ ਹੈ। ਉਹ ਆਪਣੇ ਗੁਰੂ ਜੀ ਤੋਂ ਪੁੱਛਦਾ ਹੈ, ਹੁਣ ਤੁਸੀਂ ਕਿੱਥੇ ਜਾਓਗੇ, ਕਿਆ ਕਰੋਗੇ? ਤੁਹਾਡੇ ਕੋਲ ਤਾਂ ਨਾ ਘਰ ਹੈ, ਨਾ ਖਾਣੇ ਦੇ ਲਈ ਪੈਸੇ ਹਨ। ਫਿਰ ਤੁਸੀਂ ਕਿਵੇਂ ਆਪਣਾ ਗੁਜ਼ਾਰਾ ਕਰੋਗੇ? ਜਿੱਥੇ ਜ਼ਿੰਦਗੀ ਲੈ ਜਾਏਗੀ ਉੱਧਰ ਜਾਵਾਂਗੇ। ਕੋਈ ਛੋਟਾ ਮੋਟਾ ਕੰਮ ਦੇਖ ਲਵਾਂਗਾ, ਜਿਸ ਨਾਲ ਸਾਡੇ ਬੁਢਾਪੇ ਵਿੱਚ ਖਾਣੇ ਪੀਣੇ ਦਾ ਅਤੇ ਦਵਾਈਆਂ ਦੇ ਖਰਚੇ ਨਿਕਲਦੇ ਰਹਿਣ। ਨਹੀਂ ਗੁਰੂ ਜੀ, ਤੁਸੀਂ ਕਿਤੇ ਨਹੀਂ ਜਾਓਗੇ। ਮੈਂ ਤੁਹਾਡੇ ਲਈ ਕੁਝ ਸੋਚਿਆ ਹੈ। ਤੁਸੀਂ ਇੱਧਰ ਸਾਡੇ ਕੋਲ ਹੀ ਰਹੋਗੇ। ਕਿਆ ਸੋਚਿਆ ਹੈ ਪੰਕਜ? ਤੂੰ ਜ਼ਰਾ ਮੈਨੂੰ ਵੀ ਤਾਂ ਦੱਸੋ। ਗੁਰੂ ਜੀ, ਤੁਹਾਨੂੰ ਤਾਂ ਪਤਾ ਹੈ ਮੇਰਾ ਕੱਪੜਿਆਂ ਦਾ ਬਹੁਤ ਬੜਾ ਬਿਜ਼ਨਸ ਹੈ। ਇੱਕ ਸ਼ੋਪ ਪਰ ਮੈਂ ਬੈਠਦਾ ਹਾਂ ਅਤੇ ਇੱਕ ਸ਼ੋਪ ਪਰ ਮੇਰੇ ਪਿਤਾ ਜੀ ਬੈਠਦੇ ਹਨ। ਮੈਂ ਤਾਂ ਆਪਣੀ ਸ਼ੋਪ ਪਰ ਸਾਰਾ ਕੰਮ ਹੈਂਡਲ ਕਰ ਲੈਂਦਾ ਹਾਂ, ਪਰ ਮੇਰੇ ਪਿਤਾ ਜੀ ਨੂੰ ਕਿਸੇ ਐਸੇ ਵਿਅਕਤੀ ਦੀ ਜ਼ਰੂਰਤ ਹੈ ਜੋ ਉਹਨਾਂ ਦੇ ਹਿਸਾਬ ਕਿਤਾਬ ਵੀ ਚੰਗੇ ਨਾਲ ਰੱਖਦਾ ਰਹੇ ਅਤੇ ਪੂਰੀ ਤਰ੍ਹਾਂ ਤੋਂ ਇਮਾਨਦਾਰ ਹੋ। ਤਾਂ ਗੁਰੂ ਜੀ, ਮੈਨੂੰ ਤੁਹਾਡੇ ਤੋਂ ਜ਼ਿਆਦਾ ਇਸ ਅਹੁਦੇ ਦੇ ਲਈ ਕੋਈ ਹੋਰ ਨਜ਼ਰ ਨਹੀਂ ਆਉਂਦਾ ਹੈ। ਅਤੇ ਗੁਰੂ ਜੀ, ਤੁਹਾਨੂੰ ਤਾਂ ਵੈਸੇ ਵੀ ਕਿਤੇ ਨਾ ਕਿਤੇ ਜਾ ਕੇ ਕੰਮ ਕਰਨਾ ਹੀ ਹੈ। ਤਾਂ ਕਿਉਂ ਨਾ ਤੁਸੀਂ ਦੁਕਾਨ ਵਿੱਚ ਆ ਕੇ ਪਿਤਾ ਜੀ ਦੇ ਨਾਲ ਬੈਠੋ ਅਤੇ ਦੁਕਾਨ ਦਾ ਹਿਸਾਬ ਕਿਤਾਬ ਤੁਸੀਂ ਦੇਖੋ। ਨੰਦ ਕਿਸ਼ੋਰ ਜੀ ਆਪਣੀ ਪਤਨੀ ਕਮਲਾ ਦੀ ਤਰਫ ਦੇਖਦੇ ਹਨ। ਕਮਲਾ ਜੀ ਨੂੰ ਇਸ ਵਿੱਚ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ ਹੈ। ਉਹ ਆਪਣੇ ਪਤੀ ਨੂੰ ਕਹਿੰਦੀ ਹਨ, ਦੇਖੋ ਜੀ, ਅਸੀਂ ਕਿਤੇ ਨਾ ਕਿਤੇ ਤਾਂ ਭਟਕਦੇ ਭਟਕਦੇ ਜਾਵਾਂਗੇ ਅਤੇ ਕਿੰਨੇ ਦਿਨਾਂ ਵਿੱਚ ਸਾਨੂੰ ਕੰਮ ਮਿਲੇਗਾ ਪਤਾ ਨਹੀਂ। ਉੱਧਰ ਸਾਨੂੰ ਘਰ ਬੈਠੇ ਕੰਮ ਮਿਲ ਰਿਹਾ ਹੈ। ਅਸੀਂ ਆਪਣੀ ਮਿਹਨਤ ਦਾ ਕਮਾ ਕੇ ਖਾਵਾਂਗੇ ਤਾਂ ਇੱਧਰ ਸਾਨੂੰ ਰਹਿਣ ਵਿੱਚ ਵੀ ਪਰੇਸ਼ਾਨੀ ਨਹੀਂ ਹੋਵੇਗੀ। ਨੰਦ ਕਿਸ਼ੋਰ ਜੀ ਗੁਪਤਾ ਜੀ ਦੇ ਨਾਲ ਉਹਨਾਂ ਦੀ ਵੱਡੀ ਜਿਹੀ ਦੁਕਾਨ ਵਿੱਚ ਬੈਠ ਕੇ ਹਿਸਾਬ ਕਿਤਾਬ ਦੇਖਣ ਲੱਗਦੇ ਹਨ। ਸਾਲ ਭਰ ਤੱਕ ਤਾਂ ਉਹ ਗੁਪਤਾ ਜੀ ਦੇ ਨਾਲ ਬੈਠ ਕੇ ਦੁਕਾਨ ਦਾ ਹਿਸਾਬ ਕਿਤਾਬ ਦੇਖਦੇ ਹਨ। ਨਾਲ ਹੀ ਨਾਲ ਬਿਜ਼ਨਸ ਦੀ ਬਰੀਕੀਆਂ ਵੀ ਸਿੱਖ ਜਾਂਦੇ ਹਨ ਕਿ ਕਿਸ ਤਰ੍ਹਾਂ ਨਾਲ ਬਿਜ਼ਨਸ ਕੀਤਾ ਜਾਂਦਾ ਹੈ। ਸਾਲ ਭਰ ਮਿਹਨਤ ਕਰਨੇ ਦੇ ਬਾਅਦ ਉਹਨਾਂ ਦੇ ਕੋਲ ਇੰਨੇ ਪੈਸੇ ਇਕੱਠੇ ਹੋ ਜਾਂਦੇ ਹਨ ਕਿ ਉਹ ਆਪਣੀ ਪਤਨੀ ਕਮਲਾ ਜੀ ਨੂੰ ਕਹਿੰਦੇ ਹਨ, ਕਿਉਂ ਨਾ ਅਸੀਂ ਵੀ ਇੱਕ ਛੋਟੀ ਜਿਹੀ ਕੱਪੜਿਆਂ ਦੀ ਦੁਕਾਨ ਖੋਲ੍ਹ ਦਈਏ, ਬਹੁਤ ਫਾਇਦਾ ਹੁੰਦਾ ਹੈ। ਤੁਸੀਂ ਹੁਣੇ ਕੈਸੀ ਗੱਲਾਂ ਕਰ ਰਹੇ ਹੋ? ਲੱਗਦਾ ਹੈ ਉਮਰ ਦੇ ਨਾਲ ਨਾਲ ਦਿਮਾਗ ਵੀ ਸਠਿਆ ਗਿਆ ਹੈ। ਅਰੇ 65 ਸਾਲ ਵਿੱਚ ਕੁਝ ਕਰਨ ਜਾਓਗੇ ਤਾਂ ਲੋਕ ਮਜ਼ਾਕ ਉਡਾਉਣਗੇ ਕਿ ਬੁੱਢਾ ਬੁਢਾਪੇ ਪਰ ਬਿਜ਼ਨਸ ਕਰਨ ਜਾ ਰਿਹਾ ਹੈ। ਨੰਦ ਕਿਸ਼ੋਰ ਜੀ ਕਹਿੰਦੇ ਹਨ, ਤੂੰ ਇਸ ਦੀ ਚਿੰਤਾ ਨਾ ਕਰ। ਇਸ ਕੰਮ ਵਿੱਚ ਪੰਕਜ ਨੇ ਕਿਹਾ ਹੈ ਮੇਰੀ ਮਦਦ ਕਰੇਗਾ। ਮੈਨੂੰ ਭੱਜ ਦੌੜ ਦਾ ਜ਼ਿਆਦਾ ਕੰਮ ਕਰਨਾ ਨਹੀਂ ਪਵੇਗਾ। ਉਹ ਆਪਣੀ ਇੰਨੀ ਵੱਡੀ ਦੁਕਾਨ ਦਾ ਸਮਾਨ ਮੰਗਵਾਉਂਦਾ ਹੈ ਤਾਂ ਉਸ ਵਿੱਚ ਮੇਰਾ ਸਮਾਨ ਵੀ ਮੰਗਵਾਉਂਦਾ ਰਹੇਗਾ। ਅਤੇ ਇੱਕ ਦਿਨ ਨੰਦ ਕਿਸ਼ੋਰ ਜੀ 65 ਸਾਲ ਦੀ ਉਮਰ ਵਿੱਚ ਕੱਪੜਿਆਂ ਦੀ ਦੁਕਾਨ ਖੋਲ੍ਹ ਲੈਂਦੇ ਹਨ। ਆਸ-ਪਾਸ ਦੇ ਲੋਕ ਦੁਕਾਨ ਦੇਖ ਕੇ ਕਹਿੰਦੇ ਹਨ, ਦਾਦਾ ਜੀ, ਇਸ ਉਮਰ ਵਿੱਚ ਦੁਕਾਨ ਖੋਲ੍ਹ ਰਹੇ ਹੋ, ਕਿੰਨੇ ਸਾਲ ਬਿਜ਼ਨਸ ਕਰਨੇ ਦਾ ਇਰਾਦਾ ਹੈ? ਬੇਟਾ, ਜਦ ਤੱਕ ਜੀਵਾਂਗੇ ਹੱਥ ਪੈਰ ਚੱਲਦੇ ਰਹਿਣਗੇ ਉਦੋਂ ਤੱਕ ਕਰਦੇ ਰਹਾਂਗੇ। ਜਿਸ ਦਿਨ ਨਹੀਂ ਕਰਾਂਗੇ ਉਸ ਦਿਨ ਦੇਖ ਲਵਾਂਗੇ ਕਿਆ ਕਰਨਾ ਹੈ। ਹੌਲੀ ਹੌਲੀ ਕਰਕੇ ਨੰਦ ਕਿਸ਼ੋਰ ਜੀ ਦੀ ਦੁਕਾਨ ਬਹੁਤ ਚੰਗੀ ਚੱਲਣ ਲੱਗੀ। ਖੂਬ ਮੁਨਾਫਾ ਹੋਣ ਲੱਗਾ। ਹੁਣ ਨੰਦ ਕਿਸ਼ੋਰ ਜੀ ਦੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ। ਨੰਦ ਕਿਸ਼ੋਰ ਜੀ ਨੇ ਪੰਕਜ ਦੇ ਘਰ ਦੇ ਨੇੜੇ ਹੀ ਇੱਕ ਛੋਟਾ ਜਿਹਾ 100 ਗਜ ਦਾ ਘਰ ਵੀ ਖਰੀਦ ਲਿਆ। ਪਰ ਘਰ ਛੋਟਾ ਸੀ, ਪਰ ਪਤੀ ਪਤਨੀ ਦੇ ਲਈ ਕਾਫੀ ਸੀ। ਇਸ ਤੋਂ ਵੱਡਾ ਘਰ ਉਹਨਾਂ ਨੂੰ ਚਾਹੀਦਾ ਵੀ ਨਹੀਂ ਸੀ। ਇਵੇਂ ਕਰਕੇ 5 ਸਾਲ ਬੀਤ ਗਏ। ਇੱਕ ਦਿਨ ਨੰਦ ਕਿਸ਼ੋਰ ਜੀ ਆਪਣੀ ਪਤਨੀ ਨੂੰ ਕਹਿੰਦੇ ਹਨ, ਅਸੀਂ ਆਪਣੀ ਜਵਾਨੀ ਦੇ ਦਿਨਾਂ ਵਿੱਚ ਬਹੁਤ ਮੁਸ਼ਕਿਲਾਂ ਸਹੀ ਹਨ। ਪਹਿਲਾਂ ਆਪਣੇ ਮਾਤਾ ਪਿਤਾ ਦੀ ਸੇਵਾ ਵਿੱਚ ਦਿਨ ਗੁਜ਼ਾਰ ਦਿੱਤੇ। ਤੂੰ ਜਦ ਇਸ ਘਰ ਵਿੱਚ ਵਿਆਹ ਕਰਕੇ ਆਈ ਸੀ ਤਾਂ 3 ਨੰਦਾਂ ਸੀ।
ਮੇਰੇ ਬੁੱਢੇ ਮਾਤਾ ਪਿਤਾ ਸੀ, ਮੇਰੀ 3 ਭੈਣਾਂ ਸੀ। ਉਹਨਾਂ ਦਾ ਵਿਆਹ ਕਰਨੇ ਦੀ ਜ਼ਿੰਮੇਦਾਰੀ ਮੇਰੀ ਹੀ ਸੀ, ਕਿਉਂਕਿ ਘਰ ਵਿੱਚ ਮੈਂ ਇਕਲੌਤਾ ਕਮਾਉਣੇ ਵਾਲਾ ਇਨਸਾਨ ਸੀ। ਉਸਦੇ ਬਾਅਦ ਖੁਦ ਦੇ ਵੀ ਪੁੱਤ ਹੋ ਗਿਆ। ਉਸਨੂੰ ਪੜ੍ਹਾਉਣੇ ਦੇ ਲਈ ਤਾਂ ਅਸੀਂ ਕਿਆ ਕੁਝ ਨਹੀਂ ਕੀਤਾ ਕਿ ਅਸੀਂ ਰੋਡ ਪਰ ਆ ਗਏ। ਪਰ ਮੈਂ ਕਦੀ ਤੇਰੇ ਤੋਂ ਇਹ ਨਹੀਂ ਪੁੱਛਿਆ ਕਿ ਤੈਨੂੰ ਕਿਆ ਪਸੰਦ ਹੈ, ਕਿਆ ਲੈਣਾ ਹੈ। ਤੇਰੀ ਇੱਛਾਵਾਂ ਦਾ ਤਾਂ ਮੈਂ ਕਦੀ ਖਿਆਲ ਹੀ ਨਹੀਂ ਰੱਖ ਪਾਇਆ। ਪਰ ਅੱਜ ਅਸੀਂ ਸਾਰੀ ਜ਼ਿੰਮੇਦਾਰੀਆਂ ਤੋਂ ਫ੍ਰੀ ਹਾਂ। ਮੇਰੇ ਹੱਥ ਵਿੱਚ ਪੈਸੇ ਵੀ ਹਨ, ਤਾਂ ਮੈਂ ਅੱਜ ਤੇਰੇ ਤੋਂ ਪੁੱਛਦਾ ਹਾਂ ਕਿ ਤੈਨੂੰ ਕਿਆ ਚਾਹੀਦਾ। ਅੱਜ ਤੂੰ ਜੋ ਵੀ ਮੰਗੇਂਗੀ ਮੈਂ ਤੇਰੀ ਹਰ ਇੱਛਾ ਪੂਰੀ ਕਰ ਦੂੰਗਾ। ਆਪਣੇ ਪਤੀ ਦੀ ਇੰਨੀ ਪਿਆਰੀ ਪਿਆਰੀ ਗੱਲਾਂ ਸੁਣ ਕੇ ਕਮਲਾ ਜੀ ਨੂੰ ਆਪਣੀ ਨੂੰਹ ਦੀ ਕਾਰ ਵਾਲੀ ਗੱਲ ਯਾਦ ਆ ਗਈ। ਜਦ ਉਹਨਾਂ ਦੀ ਨੂੰਹ ਨੇ ਉਹਨਾਂ ਨੂੰ ਕਿਹਾ ਸੀ ਕਿ ਤੇਰੀ ਕਾਰ ਵਿੱਚ ਬੈਠਣੇ ਦੀ ਔਕਾਤ ਨਹੀਂ ਹੈ, ਉਹ ਆਪਣੇ ਪਤੀ ਨੂੰ ਬੜੇ ਹੀ ਪਿਆਰ ਨਾਲ ਕਹਿੰਦੀ ਹਨ ਕਿ ਉਹਨਾਂ ਨੂੰ ਇੱਕ ਕਾਰ ਚਾਹੀਦੀ। ਨੰਦ ਕਿਸ਼ੋਰ ਜੀ ਕਹਿੰਦੇ ਹਨ, ਠੀਕ ਹੈ, ਕੋਈ ਚੰਗਾ ਜਿਹਾ ਮੁਹੂਰਤ ਕੱਢ ਕੇ ਚਲੋ, ਮੈਂ ਤੈਨੂੰ ਤੇਰੇ ਪਸੰਦ ਦੀ ਇੱਕ ਨਵੀਂ ਕਾਰ ਦਿਲਾਵਾਂਗਾ। ਹੁਣ ਤਾਂ ਕਮਲਾ ਜੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ। ਉਹਨਾਂ ਦਾ ਇੱਕ ਛੋਟਾ ਜਿਹਾ ਘਰ ਵੀ ਹੋ ਗਿਆ, ਪਤੀ ਪੈਸੇ ਵੀ ਕਮਾਉਣ ਲੱਗਾ ਅਤੇ ਉਹਨਾਂ ਦੀ ਪਸੰਦ ਦੀ ਕਾਰ ਵੀ ਆਉਣੇ ਵਾਲੀ ਹੈ। ਜੋ ਕੰਮ ਉਹਨਾਂ ਨੂੰ ਜਵਾਨੀ ਵਿੱਚ ਕਰਨਾ ਚਾਹੀਦਾ ਸੀ, ਜੋ ਸ਼ੌਂਕ ਜਵਾਨੀ ਵਿੱਚ ਪੂਰੇ ਕਰਨੇ ਚਾਹੀਦੇ ਸੀ, ਉਸ ਸਮੇਂ ਤਾਂ ਉਹ ਪੂਰੀ ਤਰ੍ਹਾਂ ਨਾਲ ਆਪਣੇ ਪੁੱਤ ਦੇ ਪਾਲਣ ਪੋਸ਼ਣ ਵਿੱਚ, ਪੜ੍ਹਾਈ ਵਿੱਚ ਲੱਗੇ ਰਹੇ। ਪਰ ਅੱਜ ਬੁਢਾਪੇ ਪਰ ਮੌਕਾ ਮਿਲਿਆ ਹੈ ਤਾਂ ਉਹ ਬਹੁਤ ਖੁਸ਼ ਹਨ। ਕੁਝ ਦਿਨਾਂ ਵਿੱਚ ਹੀ ਉਹਨਾਂ ਦੇ ਘਰ ਵਿੱਚ ਇੱਕ ਨਵੀਂ ਕਾਰ ਆ ਜਾਂਦੀ ਹੈ। ਨੰਦ ਕਿਸ਼ੋਰ ਜੀ ਆਪਣੀ ਪਤਨੀ ਦੇ ਨਾਲ ਨਵੀਂ ਕਾਰ ਨੂੰ ਲੈ ਕੇ ਮੰਦਿਰ ਭਗਵਾਨ ਨੂੰ ਪ੍ਰਸ਼ਾਦ ਚੜ੍ਹਾਉਣੇ ਦੇ ਲਈ ਅਤੇ ਗਰੀਬਾਂ ਨੂੰ ਭੋਜਨ ਦੇਣੇ ਦੇ ਲਈ ਗਏ। ਭਗਵਾਨ ਜੀ ਦੇ ਦਰਸ਼ਨ ਕਰਨੇ ਦੇ ਬਾਅਦ ਜਦ ਉਹ ਗਰੀਬਾਂ ਵਿੱਚ ਖਾਣਾ ਵੰਡ ਰਹੇ ਸੀ, ਜਦੀ ਉਹਨਾਂ ਦੀ ਨਜ਼ਰ ਪੌੜੀਆਂ ਦੇ ਕੋਲ ਬੈਠੇ ਹੋਏ ਉਹਨਾਂ ਦੇ ਆਪਣੇ ਨੂੰਹ ਪੁੱਤ ਪਰ ਗਈ। ਪ੍ਰਸ਼ਾਦ ਵੰਡਦੇ ਹੋਏ ਨੰਦ ਕਿਸ਼ੋਰ ਜੀ ਪੌੜੀਆਂ ਪਰ ਬੈਠੇ ਹੋਏ ਆਪਣੇ ਨੂੰਹ ਪੁੱਤ ਦੇ ਕੋਲ ਵੀ ਪਹੁੰਚ ਗਏ ਅਤੇ ਉਹਨਾਂ ਦੇ ਹੱਥ ਵਿੱਚ ਵੀ ਪ੍ਰਸਾਦ ਦੇਣ ਲੱਗੇ। ਜਦ ਮਾਨਵ ਅਤੇ ਆਰਤੀ ਨੇ ਆਪਣੇ ਮਾਤਾ ਪਿਤਾ ਨੂੰ ਵਧੀਆ ਕੱਪੜੇ ਪਹਿਨੇ ਹੋਏ ਦੇਖਿਆ ਅਤੇ ਮਿਠਾਈ ਦੇ ਡੱਬੇ ਲੈ ਕੇ ਉਹ ਗਰੀਬਾਂ ਵਿੱਚ ਵੰਡ ਰਹੇ ਹਨ, ਦੇਖ ਕੇ ਉਹਨਾਂ ਦੀ ਅੱਖਾਂ ਫਟੀ ਦੀ ਫਟੀ ਰਹਿ ਗਈ ਕਿ ਇਹਨਾਂ ਬੁੱਢਿਆਂ ਦੇ ਕੋਲ ਇੰਨਾ ਪੈਸਾ ਕਿੱਥੇ ਤੋਂ ਆਇਆ ਕਿ ਇਹ ਇੰਨਾ ਪੈਸਾ ਵੰਡ ਰਹੇ ਹਨ। ਆਰਤੀ ਅਤੇ ਮਾਨਵ ਨੰਦ ਕਿਸ਼ੋਰ ਜੀ ਦੇ ਕੋਲ ਆਉਂਦੇ ਹਨ ਅਤੇ ਕਹਿੰਦੇ ਹਨ, ਪਿਤਾ ਜੀ, ਮੈਂ ਮਾਨਵ ਤੁਹਾਡਾ ਪੁੱਤ। ਨੰਦ ਕਿਸ਼ੋਰ ਜੀ ਪਲਟ ਕੇ ਦੇਖਦੇ ਹਨ, ਵਾਪਿਸ ਤੋਂ ਜਾਣ ਲੱਗਦੇ ਹਨ। ਮਾਨਵ ਆਪਣੇ ਪਿਤਾ ਦੇ ਪੈਰਾਂ ਨੂੰ ਫੜ ਕੇ ਕਹਿੰਦਾ ਹੈ, ਪਿਤਾ ਜੀ, ਮੇਰੀ ਗੱਲ ਤਾਂ ਸੁਣ ਲਵੋ। ਆਰਤੀ ਵੀ ਕਮਲਾ ਜੀ ਦੇ ਕੋਲ ਜਾ ਕੇ ਉਹਨਾਂ ਦਾ ਹੱਥ ਫੜ ਕੇ ਕਹਿੰਦੀ ਹੈ, ਮਾਂ ਜੀ, ਸਾਨੂੰ ਬਿਜ਼ਨਸ ਵਿੱਚ ਬਹੁਤ ਘਾਟਾ ਹੋ ਗਿਆ ਹੈ। ਉਸ ਘਾਟੇ ਨੂੰ ਪੂਰਾ ਕਰਨ ਦੇ ਲਈ ਅਸੀਂ ਆਪਣਾ ਘਰ ਵੀ ਵੇਚ ਦਿੱਤਾ। ਬੈਂਕ ਤੋਂ ਇੰਨਾ ਸਾਰਾ ਲੋਨ ਲੈ ਲਿਆ ਸੀ, ਉਹ ਵੀ ਨਹੀਂ ਚੁਕਾ ਪਾਏ। ਸਿਰ ਪਰ ਇੰਨਾ ਸਾਰਾ ਕਰਜ਼ਾ ਹੈ, ਬੈਂਕ ਵਾਲਿਆਂ ਦਾ ਰੋਜ਼-ਰੋਜ਼ ਫੋਨ ਆ ਰਿਹਾ ਹੈ। ਲੋਨ ਚੁਕਾਉਣੇ ਦੇ ਲਈ ਘਰ ਵਿੱਚ ਹੁਣ ਕੁਝ ਵੀ ਨਹੀਂ ਹੈ। ਮੇਰੇ ਜੇਵਰ ਤੱਕ ਮਾਨਵ ਨੇ ਵੇਚ ਦਿੱਤੇ ਹਨ। ਪੂਰੇ 2 ਮਹੀਨੇ ਤੋਂ ਪੇਕੇ ਘਰ ਵਿੱਚ ਰਹਿ ਰਹੀ ਹਾਂ। ਮਾਂ ਜੀ, ਕੁਝ ਮਦਦ ਕਰ ਦਵੋ, ਤੁਸੀਂ ਤਾਂ ਮੈਨੂੰ ਹੁਣ ਭਲੀ ਚੰਗੀ ਲੱਗਦੀ ਹੋ। ਨੂੰਹ ਪੁੱਤ ਨੂੰ ਦੇਖ ਕੇ ਕਮਲਾ ਜੀ ਦੀ ਅੱਖਾਂ ਵਿੱਚ ਖੂਨ ਉਤਰ ਆਇਆ। ਉਹਨਾਂ ਨੂੰ ਉਸ ਦਿਨ ਦੀ ਯਾਦ ਆ ਗਈ ਜਦ ਉਹ ਪੁੱਤ ਦੇ ਸਾਹਮਣੇ ਭਿਖਾਰੀ ਦੀ ਤਰ੍ਹਾਂ ਆਪਣਾ ਪੱਲੂ ਫੈਲਾਏ ਕੁਝ ਪੈਸੇ ਦੇ ਲਈ ਭੀਖ ਮੰਗ ਰਹੀ ਸੀ ਕਿ ਤੇਰੇ ਪਿਤਾ ਜੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ, ਕੁਝ ਪੈਸਿਆਂ ਨਾਲ ਉਹਨਾਂ ਦੀ ਮਦਦ ਕਰ ਦਿਓ। ਪਰ ਪੁੱਤ ਨੂੰ ਨੇ ਉਹਨਾਂ ਨੂੰ ਘਰ ਤੋਂ ਖਾਲੀ ਹੱਥ ਭੇਜ ਦਿੱਤਾ ਸੀ। ਆਪਣੇ ਨੂੰਹ ਪੁੱਤ ਦੀ ਗੱਲਾਂ ਨੂੰ ਅਣਦੇਖਾ ਕਰਦੇ ਹੋਏ ਨੰਦ ਕਿਸ਼ੋਰ ਜੀ ਆਪਣੀ ਪਤਨੀ ਦਾ ਹੱਥ ਫੜ ਕੇ ਪੌੜੀਆਂ ਉਤਰਦੇ ਹੋਏ ਕਾਰ ਦੇ ਕੋਲ ਆ ਗਏ।
ਨੂੰ ਪੁੱਤ ਭੱਜਦੇ ਹੋਏ ਉਹਨਾਂ ਦੇ ਪੈਰਾਂ ਵਿੱਚ ਗਿਰ ਗਏ। ਮੈਨੂੰ ਮਾਫ਼ ਕਰ ਦਿਓ ਪਿਤਾ ਜੀ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ। ਮੈਂ ਪੈਸਿਆਂ ਦੀ ਲਾਲਚ ਵਿੱਚ ਤੁਸੀਂ ਦੋਨਾਂ ਨੂੰ ਭੁੱਲ ਗਿਆ ਸੀ, ਪਰ ਹੁਣ ਮੈਂ ਇਹੋ ਜਿਹਾ ਨਹੀਂ ਕਰੂੰਗਾ। ਤੁਸੀਂ ਇੱਕ ਵਾਰ ਮੇਰੀ ਮਦਦ ਕਰ ਦਿਓ। ਨੰਦ ਕਿਸ਼ੋਰ ਜੀ ਆਪਣੇ ਪੁੱਤ ਨੂੰ ਦੀ ਇੱਕ ਵੀ ਗੱਲ ਨਹੀਂ ਸੁਣਦੇ ਹਨ। ਕਾਰ ਦਾ ਦਰਵਾਜ਼ਾ ਖੋਲ੍ਹਦੇ ਹੋਏ ਕਹਿੰਦੇ ਹਨ, ਕਮਲਾ ਆਪਣੀ ਕਾਰ ਵਿੱਚ ਬੈਠ ਜਾਓ। ਭਗਵਾਨ ਦੀ ਕਿਰਪਾ ਨਾਲ ਅੱਜ ਸਾਡੀ ਔਕਾਤ ਕਾਰ ਵਿੱਚ ਬੈਠਣੇ ਦੀ ਹੋ ਗਈ ਹੈ। ਚਲੋ ਆਓ ਅਸੀਂ ਆਪਣੀ ਕਾਰ ਵਿੱਚ ਬੈਠ ਕੇ ਆਪਣੇ ਘਰ ਚੱਲਦੇ ਹਾਂ। ਪਿੱਛੇ ਤੋਂ ਪੁੱਤ ਨੂੰ ਚੀਕਦੇ ਰਹਿ ਜਾਂਦੇ ਹਨ। ਜਦੀ ਪਿੱਛੇ ਤੋਂ ਉਹੀ ਸਿਕਿਉਰਿਟੀ ਗਾਰਡ ਵਾਲਾ ਜੋ ਮਾਨਵ ਅਤੇ ਆਰਤੀ ਦੇ ਘਰ ਪਰ ਕੰਮ ਕਰਦਾ ਸੀ, ਉਹ ਵੀ ਆਪਣੀ ਨਵੀਂ ਬਾਈਕ ਲੈ ਕੇ ਆਇਆ ਅਤੇ ਭਗਵਾਨ ਦੇ ਸਾਹਮਣੇ ਆਪਣੀ ਨਵੀਂ ਬਾਈਕ ਦੀ ਪੂਜਾ ਕਰਨਾ ਚਾਹੁੰਦਾ ਸੀ। ਆਪਣੇ ਸਿਕਿਉਰਿਟੀ ਗਾਰਡ ਨੂੰ ਦੇਖ ਕੇ ਮਾਨਵ ਕਹਿੰਦਾ ਹੈ, ਅਰੇ ਵਾਹ, ਤੂੰ ਨਵੀਂ ਬਾਈਕ ਖਰੀਦ ਲਈ, ਬਹੁਤ ਚੰਗੀ ਗੱਲ ਹੈ। ਨਹੀਂ ਸਾਹਿਬ, ਮੈਂ ਬਾਈਕ ਖਰੀਦੀ ਨਹੀਂ, ਮੈਨੂੰ ਤੁਹਾਡੇ ਮਾਤਾ ਪਿਤਾ ਨੇ ਇਹ ਬਾਈਕ ਉਪਹਾਰ ਦੇ ਸਵਰੂਪ ਦਿੱਤੀ ਹੈ। ਦਰਅਸਲ ਉਸ ਦਿਨ ਤੁਹਾਡੀ ਮਾਤਾ ਜੀ ਜਦ ਤੁਹਾਡੇ ਤੋਂ ਮਦਦ ਮੰਗਣੇ ਦੇ ਲਈ ਆਏ ਸੀ ਅਤੇ ਤੁਸੀਂ ਉਹਨਾਂ ਨੂੰ ਭਜਾ ਦਿੱਤਾ ਸੀ, ਉਹ ਦਰਵਾਜ਼ੇ ਦੇ ਬਾਹਰ ਬੈਠੀ ਰੋ ਰਹੀ ਸੀ। ਮੇਰੇ ਤੋਂ ਉਹਨਾਂ ਦੀ ਇਹ ਹਾਲਤ ਦੇਖੀ ਨਹੀਂ ਗਈ, ਤਾਂ ਮੇਰੇ ਕੋਲ ਜਿੰਨੇ ਪੈਸੇ ਸੀ ਉਨੇ ਪੈਸਿਆਂ ਨਾਲ ਮੈਂ ਉਹਨਾਂ ਦੀ ਮਦਦ ਕਰ ਦਿੱਤੀ। ਤਾਂ ਅੱਜ ਇਸ ਮਦਦ ਦੇ ਬਦਲੇ ਵਿੱਚ ਉਹਨਾਂ ਨੇ ਮੈਨੂੰ ਇਹ ਬਾਈਕ ਉਪਹਾਰ ਵਿੱਚ ਦਿੱਤੀ ਹੈ। ਮੈਂ ਤਾਂ ਉਹਨਾਂ ਨੂੰ ਬਹੁਤ ਮਨ੍ਹਾ ਕੀਤਾ ਸੀ, ਪਰ ਉਹਨਾਂ ਨੇ ਕਿਹਾ ਕਿ ਉਹ ਬਹੁਤ ਮਨ ਨਾਲ ਦੇ ਰਹੇ ਹਨ। ਮੁਸੀਬਤ ਦੇ ਸਮੇਂ ਤੂੰ ਮੇਰੀ ਮਦਦ ਕੀਤੀ ਸੀ, ਇਸ ਲਈ ਮੇਰਾ ਆਸ਼ੀਰਵਾਦ ਸਮਝ ਕੇ ਰੱਖ ਲਓ। ਸਿਕਿਉਰਿਟੀ ਗਾਰਡ ਦੀ ਗੱਲ ਸੁਣ ਕੇ ਆਰਤੀ ਅਤੇ ਮਾਨਵ ਅੰਦਰ ਤੋਂ ਸੜ ਰਹੇ ਸੀ, ਪਰ ਹੁਣ ਸੜਨੇ ਦੇ ਇਲਾਵਾ ਉਹਨਾਂ ਦੇ ਕੋਲ ਕੁਝ ਸੀ ਨਹੀਂ, ਕਿਉਂਕਿ ਜੋ ਜੈਸਾ ਕਰਮ ਕਰਦਾ ਹੈ ਉਹ ਵੈਸਾ ਭੋਗਦਾ ਹੈ। ਇਹ ਤਾਂ ਸੰਸਾਰ ਦਾ ਨਿਯਮ ਹੈ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ।